ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦੇ ਨਜ਼ਰ ਹੁਣ ਤੱਕ ਦੀਆਂ ਕੈਪਟਨ ਸਰਕਾਰ ਕਸੂਤੀ ਫਸੀ, ਬਾਗੀ ਵਿਧਾਇਕਾਂ ਕੀਤੀ ਰਲ ਮਿਲ ਮੀਟਿੰਗ। ਮਜੀਠੀਆ ਦਾ ਕੈਪਟਨ ਸਰਕਾਰ ਤੇ ਹਮਲਾ, ਕਿਹਾ ਸਰਕਾਰ ਆਪਣੇ ਆਖਰੀ ਸਾਹਾਂ ਤੇ ਕਦੇ ਵੀ ਮੁੱਕ ਸਕਦੀ ਹੈ ਆਕਸੀਜਨ। ਕਿਸਾਨੀ ਸੰਘਰਸ਼ ਨੂੰ 12 ਵੱਡੀਆਂ ਪਾਰਟੀਆਂ ਦਾ ਮਿਲਿਆ ਸਮਰਥਨ, ਮੋਦੀ ਸਰਕਾਰ ਲਈ ਮੁਸੀਬਤ ਬਣ ਸਕਦੀ ਹੈ ਆਉਣ ਵਾਲੀ 26 ਮਈ। ਇਨਸਾਨੀਅਤ ਇੱਕ ਵਾਰ ਫਿਰ ਹੋਈ ਸ਼ਰਮਸ਼ਾਰ, ਪੈਸਿਆਂ ਦੇ ਚੱਕਰ ਵਿੱਚ ਐਂਬੂਲੈਂਸ ਨੇ ਕੋਰੋਨਾ ਮਰੀਜ਼ ਨੂੰ ਸੜਕ ਤੇ ਤੜਫਣ ਲਈ ਛੱਡਿਆ। ਸ਼ਿਵ ਸੈਨਾ ਆਗੂ ਸੂਰੀ ਦੇ ਗਨਮੈਨ ਦੇ ਬੇਟੇ ਦੀ ਕਾਲੀ ਕਰਤੂਤ, ਦਲਿਤ ਪਰਿਵਾਰ ਤੇ ਢਾਇਆ ਨਿਰਾ ਤਸ਼ੱਦਦ। ਹੁਣ ਖਬਰਾਂ ਵਿਸਥਾਰ ਨਾਲ। ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ। ਲਗਾਤਾਰ ਬੇਅਦਬੀ ਮਾਮਲਿਆਂ ਸਣੇ ਨਸ਼ਿਆਂ ਦੇ ਮੁੱਦੇ ਤੇ ਘਿਰੀ ਕਾਂਗਰਸ ਸਰਕਾਰ ਲਈ ਕਈ ਵਿਧਾਇਕ ਬਾਗੀ ਸੁਰ ਲਾਪ ਰਹੇ ਨੇ, ਜਿਨ੍ਹਾਂ ਅੱਜ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਵੀ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਸੰਕੇਤ ਦਿੱਤੇ ਨੇ ਕਿ ਕੈਪਟਨ ਸਰਕਾਰ ਕਦੇ ਵੀ ਡਿੱਗ ਸਕਦੀ ਹੈ। ਉਸ ਸਮੇਂ ਜਦੋਂ ਮਨੀਸ਼ਾ ਗੁਲਾਟੀ ਦਾ ਜਿਹੜਾ ਅਲਟੀਮੇਟਮ ਪੀਰੀਅਡ ਸੀ ਉਹ ਪੂਰਾ ਉਹਨੇ ਪ੍ਰੈਸ ਕਾਨਫਰੰਸ ਕੀਤੀ ਮਨੀਸ਼ਾ ਗੁਲਾਟੀ ਉਹਨਾਂ ਨੇ ਵੀ ਅੱਜ ਕਹਿੰਦੇ ਕਿ ਕੈਪਟਨ ਸਾਹਿਬ ਦਾ ਫੋਨ ਆ ਗਿਆ, ਇਸ ਕਰਕੇ ਭੁੱਖ ਹੜਤਾਲ ਮੈਂ ਪੋਸਟਪੋਨ ਕਰ ਰਹੀ ਹਾਂ। ਦੇਖੋ ਉਹਦੇ ਲਈ ਪੁਖਤਾ ਜਿਹੜਾ ਜਵਾਬ ਹੈ ਉਹ ਤਾਂ ਚੰਨੀ ਜੀ ਦੇ ਸਕਦੇ ਆ, ਪਰ ਮੈਂ ਤਾਂ ਅਗੇਨ ਉਹੀ ਗੱਲ ਕਹਿਣਾ ਕਿ ਇਹ 2 ਸਾਲਾਂ ਬਾਅਦ ਔਰ ਉਹ ਵੀ ਵਿਦਆਊਟ ਮੇਰਾ ਖਿਆਲ ਹੈ ਐਨੀ ਕੰਪਲੇਂਟ। ਦੇਖੋ ਮੈਂ ਕਹਿੰਦਾ ਵਿਮਨ ਕਮਿਸ਼ਨ ਹੈਗਾ, ਬਟ ਐਟ ਦਾ ਸੇਮ ਟਾਈਮ ਆਪਾਂ ਇੱਕ ਵਿਮਨ ਦਾ ਹੀ ਟਰਾਇਲ ਕਰੀ ਜਾਂਦੇ ਆ। ਯਾਰ ਇਹ ਕਿੰਨੀ ਮਾੜੀ ਗੱਲ ਹੈ। ਦੇਖੋ ਬਦਕਿਸਮਤੀ ਸਾਡੀ ਕੀ ਆ ਕਿ ਜੇ ਸਾਡੇ ਚੀਫ ਮਿਨਿਸਟਰ ਦੇ ਆਫਿਸ ਦਾ ਜਾਂ ਵਿਮਨ ਕਮਿਸ਼ਨ ਦੀ ਚੇਅਰਪਰਸਨ ਦਾ ਇਹੋ ਜਿਹਾ ਵਤੀਰਾ ਹੈਗਾ, ਕਿਉਂਕਿ ਅਲਟੀਮੇਟਲੀ ਆਪਾਂ ਜਿਹਦੇ ਬਾਰੇ ਗੱਲ ਕਰ ਰਹੇ ਉਹ ਵੀ ਇੱਕ ਲੇਡੀ ਹੈ। ਸੋ ਇਸ ਕਰਕੇ ਮੈਂ ਇਹਦੇ ਤੇ ਬਿਲਕੁਲ ਗੱਲ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ। ਤੁਹਾਡੀ ਮੀਟਿੰਗ ਚੱਲ ਰਹੀ ਹੈ, ਮੀਟਿੰਗ ਹੋਈ ਕੀ ਗੱਲਬਾਤ ਹੋਈ ਮੀਟਿੰਗ ਦੇ ਵਿੱਚ? ਨਹੀਂ, ਮੀਟਿੰਗ ਦੇ ਵਿੱਚ ਤਾਂ ਕੁਝ ਨਹੀਂ। ਬੇਸਿਕਲੀ ਯਾਰ ਆਪਾਂ ਹਰ ਗੱਲ ਨੂੰ, ਕਿਉਂਕਿ 3-4 ਬੰਦੇ ਤਾਂ ਅੱਗੇ ਵੀ ਹਮੇਸ਼ਾ ਇਕੱਠੇ ਹੁੰਦੇ ਰਹੇ, ਪਰ ਹੁਣ ਜਦੋਂ ਇਕੱਠੇ ਹੋ ਜਾਂਦੇ ਆ ਤੇ ਹੁਣ ਉਹ ਮੀਟਿੰਗ ਦਾ ਆਪਾਂ ਰੂਪ ਧਾਰਨ ਕਰਵਾ ਲੈਂਦੇ ਆ ਵੀ ਹਾਂ ਵੀ ਮੀਟਿੰਗ ਹੋ ਗਈ, ਪਰ ਇਦਾਂ ਦੀ ਕੋਈ ਗੱਲ ਨਹੀਂ ਹੋਈ। ਚੰਨੀ ਜੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ, ਮਨੀਸ਼ਾ ਗੁਲਾਟੀ ਜੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਫੋਨ ਆਇਆ ਹੈ ਤੇ ਉਹਨਾਂ ਨੇ ਕਿਹਾ ਕਿ ਜਵਾਬ ਦੇਵਾਂਗੇ। ਨਹੀਂ, ਉਹ ਤਾਂ ਚੰਨੀ ਜੀ ਕੋਲੋਂ ਤੁਸੀਂ ਪੁੱਛ ਸਕਦੇ ਆ। ਚੰਨੀ ਜੀ ਮੇਰੇ ਕੋਲ ਆਏ ਜ਼ਰੂਰ ਸੀਗੇ, ਜਸਟ ਜਨਰਲ ਜੀ ਪ੍ਰਗਟ ਜੀ ਇੱਥੇ ਉਹੀ ਲੀਡਰ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਬਾਂਹ ਮਰੋੜਨ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਜਿਸ ਤਰ੍ਹਾਂ ਵਿਜੀਲੈਂਸ ਜਾਂਚ ਦੀ ਗੱਲ ਹੋ ਰਹੀ ਹੈ, ਫਿਰ ਵੂਮਨ ਕਮਿਸ਼ਨ ਦੀ ਜਾਂਚ ਦੀ ਗੱਲ ਹੋ ਰਹੀ ਹੈ, ਇਸ ਤਰ੍ਹਾਂ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਲਗਾਤਾਰ। ਤੁਹਾਨੂੰ ਲੱਗਦਾ ਨਹੀਂ? ਯਾਰ ਦੇਖੋ, ਮੈਂ ਤਾਂ ਜੋ ਕਹਿਣਾ ਸੀ ਕਹਿਤਾ। ਮੈਂ ਤਾਂ ਸਾਫ਼ ਸੁਥਰਾ ਸਾਫ਼ ਲਫ਼ਜ਼ਾਂ 'ਚ ਕਹਿਣਾ। ਜਿੱਦਣ ਫੇਰ ਕਹੇ ਤੁਹਾਨੂੰ ਮੈਂ ਕਿਹਾ ਸੀਗਾ ਵੀ ਆਪਾਂ 5-7-10 ਦਿਨਾਂ ਤੇ ਫੇਰ ਚਾਹ ਪੀਵਾਂਗੇ। ਮੈਂ ਕਦੋਂ ਕਹਿਣਾ? ਇਹਦੇ 'ਚ ਕੋਈ ਮਾਨ ਕਹਿ ਰਹੇ ਨੇ ਕਿ ਸਰਕਾਰ ਗਿਰਾ ਦੇਣੀ ਚਾਹੀਦੀ ਹੈ, ਘੱਟੋ ਘੱਟ ਜਿਹੜੇ ਬਾਗੀ ਐਮਐਲਏ 35-40 ਇਕੱਠੇ ਹੋ ਜਾਣਾ ਚਾਹੀਦਾ ਉਹਨਾਂ ਨੂੰ। ਤੁਸੀਂ ਦੇਖੋ ਮੈਨੂੰ ਲੱਗਦਾ ਰਿਜ਼ੈਂਟਮੈਂਟ ਹੈਗੀ ਆ। ਦੇਖੋ ਸੁਰਜੀਤ ਧਮਾਨ ਹੋਣੀ ਜੋ ਕਿਹਾ ਹੈਗਾ, ਮੈਂ ਵੀ ਉਹ ਸੁਣਿਆ ਹੈਗਾ, ਔਰ ਕਿਉਂਕਿ ਜਿਹੜੀ ਇਹ ਫੀਲਿੰਗ ਇਦਾਂ ਦੀ ਆ ਜਾਣੀ, ਮੈਂ ਫੇਰ ਬਾਰ-ਬਾਰ ਕਹਿਣਾ, ਕਿਉਂਕਿ ਜਦੋਂ ਕਿਤੇ ਨਾ ਕਿਤੇ ਇਹ ਪਰਿਵਾਰਾਂ ਇਕੱਠਿਆਂ ਹੋਣ ਦੀ ਗੱਲ ਹੋ ਜਾਂਦੀ ਆ ਤੇ ਲੋਕੀ ਜਿਹੜੇ ਆ ਉਹ ਸਾਨੂੰ, ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਫੇਸ ਕਰਨਾ ਔਖਾ ਹੋ ਜਾਂਦਾ। ਗੱਲ ਤਾਂ ਇਹ ਗਿਰਾ ਦੇਣੀ ਚਾਹੀਦੀ ਸਰਕਾਰ। ਇੱਕ ਸਵਾਲ ਚੱਲ ਰਿਹਾ ਕਿ 2022 ਦੇ ਵਿੱਚ ਕੈਪਟਨ ਦੀ ਅਗਵਾਈ ਨਹੀਂ ਚਾਹੀਦੀ, ਜਿਸ ਵਕਤ ਵਿਧਾਇਕਾਂ ਵੱਲੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਅੰਦਰਾਂ ਦੀ ਗੱਲਾਂ-ਬਾਤਾਂ ਹੋ ਰਹੀਆਂ, ਉਹਨਾਂ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਨਹੀਂ ਲੜਨਾ। ਯਾਰ ਮੈਂ ਤਾਂ ਉਦੋਂ ਵੀ ਇਹੀ ਗੱਲ ਕਹੀ ਸੀ, ਹੋਰ ਕੀ ਹੈ। ਕੈਮਰਾ ਨਹੀਂ ਮੈਂ ਤਾਂ ਪ੍ਰਗਟ ਜੀ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ। ਮੈਂ ਤਾਂ ਦੇਖੋ ਉੱਥੇ ਵੀ ਇੱਕੋ ਗੱਲ ਕਹੀ ਸੀ ਵੀ ਆਪਣਾ ਸਰਵੇ ਇਹ ਆਪ ਕਰਾ ਲੈਣ। ਜੇ ਸਰਵੇ ਕਰਾ ਲੈਣਗੇ ਤਾਂ ਪਤਾ ਲੱਗ ਜਾਊਗਾ। ਗੱਲ ਤਾਂ ਇੰਨੀ ਹੈਗੀ। ਤੁਸੀਂ ਵੀ ਨਹੀਂ ਚਾਹੁੰਦੇ? ਤੁਸੀਂ ਵੀ ਨਹੀਂ ਚਾਹੁੰਦੇ? ਆਪਕੋ ਲੱਗਦਾ ਹੈ ਕਿ ਉਹਨਾਂ ਨੇ ਸਵਾਲ ਚੱਕਿਆ ਇਹਨਾਂ ਦੇ ਨੇਤਰਤਵ ਵਿੱਚ?
ਕੇ ਨਾ ਵੀ ਇਹਨਾਂ ਦੀ ਅਗਵਾਈ ਚ ਨਹੀਂ ਦੇਖੋ ਮੈਂ ਕਹਿੰਦਾ ਧਮਾਨ ਜੀ ਨੇ ਜੋ ਕੀਤਾ ਬਹੁਤ ਠੀਕ ਕੀਤਾ, ਬਾਕੀ ਐਮਐਲਏਆਂ ਨੂੰ ਵੀ ਕਹਿਣਾ ਚਾਹੀਦਾ। ਸਰਕਾਰ ਗਿਰਾਉਣ ਵਾਲੀ ਗੱਲ ਨਾਲ ਕਿੰਨਾ ਦੇਖੋ ਇੱਕ ਗੱਲ ਆਪਾਂ ਸਮਝ ਲਈਏ, ਜਿਹੜੀ ਡੈਮੋਕ੍ਰੇਸੀ ਆ ਨਾ ਉਹ ਬੇਸਿਕਲੀ ਜੇ ਆਪਣੀਆਂ ਫੀਲਿੰਗ ਐਕਸਪ੍ਰੈਸ ਨਹੀਂ ਕਰ ਸਕਦੇ, ਮੈਨੂੰ ਲੱਗਦਾ ਇੰਨੇ ਕਮਜ਼ੋਰ ਲੀਡਰ ਵੀ ਨਹੀਂ ਹੋਣੇ ਚਾਹੀਦੇ। ਜੇ ਇੰਨੇ ਕਮਜ਼ੋਰ ਹੋਵਾਂਗੇ, ਦੇਖੋ ਅਸੀਂ ਸਮੇਂ-ਸਮੇਂ ਤੇ ਜੇ ਅਸੀਂ ਆਗਾਹ ਨਹੀਂ ਕਰਦੇ ਤਾਂ ਫਿਰ ਕਿਤੇ ਨਾ ਕਿਤੇ ਡੈਮੋਕ੍ਰੇਸੀ ਨੂੰ ਢਾਹ ਲੱਗਦੀ ਆ, ਔਰ ਜਿਹੜੀ ਪਾਵਰ ਕਿਤੇ ਸੈਂਟਰ ਦੇ ਵਿੱਚ ਬੈਠੀ ਹੁੰਦੀ ਆ ਉਹਨਾਂ ਨੂੰ ਫਿਰ ਐਂ ਲੱਗਣ ਲੱਗ ਪੈਂਦਾ ਵੀ ਸ਼ਾਇਦ ਅਸੀਂ ਸਾਰਾ ਕੁਝ ਠੀਕ ਕਰ ਰਹੇ ਹਾਂ। ਪ੍ਰਗਟ ਜੀ ਤੁਸੀਂ ਕਿਸ ਦੀ ਅਗਵਾਈ ਦੇ ਵਿੱਚ ਫਿਰ 2022 ਦੀਆਂ ਚੋਣਾਂ ਕੌਣ ਲੜਦੇ? ਦੇਖੋ ਇਹ ਤਾਂ ਹਾਈ ਕਮਾਂਡ ਦਾ ਕੰਮ ਹੈ, ਬਹੁਤ ਸੀਨੀਅਰ ਬੰਦੇ ਹੈਗੇ ਆ। ਉਧਰ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਨੇ ਕੈਪਟਨ ਸਣੇ ਸਿੱਧੂ ਤੇ ਜੰਮ ਕੇ ਸ਼ਬਦੀ ਵਾਰ ਕੀਤੇ। ਮਜੀਠੀਆ ਨੇ ਕਿਹਾ ਕਿ ਆਪਸ ਵਿੱਚ ਲੜਨ ਵਾਲੀ ਸਰਕਾਰ ਦੇ ਵਿਧਾਇਕਾਂ ਨੇ ਕਦੇ ਵੀ ਆਕਸੀਜਨ ਜਾਂ ਕਰੋਨਾ ਨੂੰ ਲੈ ਕੇ ਟਵੀਟ ਨਹੀਂ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਕੈਪਟਨ ਸਰਕਾਰ ਆਈਸੀਯੂ ਵਿੱਚ ਹੈ, ਕਦੇ ਵੀ ਦਮ ਤੋੜ ਸਕਦੀ ਹੈ। ਆਪ ਦੀ ਸਰਕਾਰ ਆਪ ਆਈਸੀਯੂ 'ਚ ਆ, ਇਹ ਪਤਾ ਨਹੀਂ ਕਿਹੜੇ ਵੇਲੇ ਹਾਰਟ ਫੇਲ ਹੋ ਜਾਣਾ ਸਰਕਾਰ ਦਾ। ਸਰਕਾਰ ਕੁਰਸੀ ਦੀ ਲੜਾਈ 'ਚ ਭਾਵੇਂ ਠੋਕੋ ਤਾਲੀ ਹੈ ਤੇ ਭਾਵੇਂ ਚੀਕੂ ਸੀਤਾਫਲ ਹੈ, ਸਭ ਇਸੇ ਕੰਮ ਪਰ ਪੰਜਾਬ ਸਰਕਾਰ ਦਾ ਪਤਾ ਨਹੀਂ ਕਦੋਂ ਹਾਰਡ ਫੇਲ ਹੋ ਜਾਣਾ ਹੈ। ਇਹ ਸ਼ਬਦ ਨੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੇ। ਆਪ ਦੀ ਸਰਕਾਰ ਆਪ ਆਈਸੀਯੂ 'ਚ ਆ, ਇਹ ਪਤਾ ਨਹੀਂ ਕਿਹੜੇ ਵੇਲੇ ਹਾਰਟ ਫੇਲ ਹੋ ਜਾਣਾ ਸਰਕਾਰ ਦਾ। ਮਜੀਠੀਆ ਅੰਮ੍ਰਿਤਸਰ ਦੇ ਸੁਲਤਾਨਵਿੰਡ 'ਚ ਸ਼ਿਵ ਮੰਦਿਰ ਦੇ ਸਰੋਵਰ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ, ਜਿੱਥੇ ਉਹਨਾਂ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ। ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਦੋਵਾਂ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਨੂੰ ਆਕਸੀਜਨ ਦੇ ਨਹੀਂ ਪਾ ਰਹੀ ਤੇ ਸੋਸ਼ਲ ਮੀਡੀਆ ਦੇ ਉੱਤੇ ਜੁੰਡਿਓ-ਜੁੰਡੀ ਹੋ ਰਹੀ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਤਾਂ ਭਾਵੇਂ ਆਕਸੀਜਨ ਮਿਲ ਜਾਵੇ, ਪਰ ਪੰਜਾਬ ਸਰਕਾਰ ਦੀ ਆਕਸੀਜਨ ਬਹੁਤ ਜਲਦੀ ਖਤਮ ਹੋਣ ਜਾ ਰਹੀ ਹੈ। ਮਿਲ ਰਹੀ ਦੇਖੋ ਪੰਜਾਬ ਦੀ ਸਰਕਾਰ ਆਪ ਆਈਸੀਯੂ 'ਚ ਆ, ਇਹ ਪਤਾ ਨਹੀਂ ਕਿਹੜੇ ਵੇਲੇ ਹਾਰਟ ਫੇਲ ਹੋ ਜਾਣਾ ਸਰਕਾਰ ਦਾ। ਰੋਜ਼ ਤਾਂ ਛਿੱਤਰੋ ਛਿੱਤਰੀ ਹੁੰਦੇ ਆ, ਕਈ ਇਹਨਾਂ ਦੇ ਆਲਾ ਲੀਡਰ, ਕੋਈ ਕਹਿੰਦਾ ਦਿੱਲੀ ਚੱਲੋ, ਕੋਈ ਕਹਿੰਦਾ ਲਾਹੌਰ ਚੱਲੋ, ਮਤਲਬ ਪੰਜਾਬ 'ਚ ਰਹਿਣ ਦੀ ਗੱਲ ਕੋਈ ਨਹੀਂ ਕਰਦਾ। ਲੋਕਾਂ ਦੀ ਕਰੋਨਾ ਨਾਲ ਡੈਥ ਰੇਟ ਨੈਸ਼ਨਲ ਐਵਰੇਜ 1.1%, ਪੰਜਾਬ ਦੀ ਐਵਰੇਜ 2.5%, ਡਬਲ 13,000 ਤੋਂ ਨੇੜੇ ਤੇਰੇ ਮੌਤਾਂ ਹੋ ਗਈਆਂ। ਇਹ ਕਾਂਗਰਸ ਦੀ ਅੰਦਰੂਨੀ ਜੰਗ ਜਿੰਨੀ ਚੱਲ ਰਹੀ ਆ, ਜਿੰਨੇ ਵਜ਼ੀਰ ਨੇ, ਜਿੰਨੇ ਟਵਿੱਟਰ ਵਾਲੇ ਲੀਡਰ ਨੇ, ਇਹਨਾਂ ਨੇ ਇੱਕ ਵਾਰੀ ਵੀ ਕਰੋਨਾ ਦੀ ਗੱਲ ਕੀਤੀ, ਕਿਸੇ ਨੂੰ ਆਕਸੀਜਨ ਨਹੀਂ ਮਿਲ ਰਿਹਾ ਉਹਦੀ ਗੱਲ ਕੀਤੀ, ਕਿਸੇ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਡਕੈਤੀਆਂ ਵੱਜ ਰਹੀਆਂ ਨੇ, ਐਕਸਟੋਰਸ਼ਨ ਚੱਲ ਰਿਹਾ ਕਈਆਂ ਥਾਵਾਂ ਤੇ, ਉਹਨਾਂ ਦੀ ਗੱਲ ਕੀਤੀ। ਇਹ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਕਰੋਨਾ ਦੀ ਜਿਹੜੀ ਪੰਜਾਬ 'ਚ 13,000 ਮੌਤਾਂ ਹੋ ਗਈਆਂ ਉਹਦਾ ਕੋਈ ਫਿਕਰ ਨਹੀਂ, ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਦਾ ਕੋਈ ਫਿਕਰ ਨਹੀਂ। ਉਹਨਾਂ ਨੂੰ ਇਕੱਲਾ ਇਹ ਹੈ ਕਿ ਸਾਨੂੰ ਕਿਵੇਂ ਨਾ ਕਿਵੇਂ ਕੁਰਸੀ ਮਿਲ ਜੇ। ਲੋਕ ਦੇਖ ਰਹੇ ਹੈ, ਸਪਸ਼ਟ ਹੋ ਰਹੀ ਹੈ, ਸਰਕਾਰ ਦੀ ਫੇਲੀਅਰ ਸਾਹਮਣੇ ਆ ਰਹੀ ਹੈ ਔਰ ਲੋਕ ਇਸ ਗੱਲ ਤੋਂ ਬੜੇ ਦੁਖੀ ਨੇ। ਤੁਹਾਨੂੰ ਲੱਗਦਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਕਾਂਗਰਸ ਹਾਈ ਕਮਾਂਡ ਪੰਜਾਬ 'ਚ ਚੱਕ ਨਹੀਂ ਰਿਪਲੇਸ ਕਰ ਸਕਦੀ? ਭਰਾਵਾ, ਲੋਕਾਂ ਦੇ ਲਈ ਤਾਂ ਚਲੋ ਆਕਸੀਜਨ ਮੁੱਕ ਗਈ ਸੀ, ਲੋਕ ਤਾਂ ਫਿਰ ਗੁਰੂ ਦੀ ਕਿਰਪਾ ਨਾਲ ਬਚ ਪੁੱਜ ਗਏ। ਇਹਨਾਂ ਦੀ ਵੀ ਕਾਂਗਰਸ ਸਰਕਾਰ ਦੀ ਵੀ ਆਕਸੀਜਨ ਮੁੱਕੀ ਸਮਝੋ। ਇਹਨਾਂ ਨੂੰ ਹਾਈ ਕਮਾਂਡ ਕੀ, ਵੱਡੇ ਤੋਂ ਵੱਡਾ ਕਮਾਂਡ ਵੀ ਨਹੀਂ ਹੁਣ ਬਚਾ ਸਕਦਾ। ਇਹ ਸਵੇਰੇ ਪਰਸੋਂ ਚੌਥੀ ਖਬਰ ਲੱਗੂਗੀ ਕਿ ਚੜ ਗਈ ਸਰਕਾਰ। ਪਰ ਇੱਕ ਨਵਜੋਤ ਸਿੰਘ ਸਿੱਧੂ ਵੱਲੋਂ 45 ਦਿਨ ਦਾ ਅਲਟੀਮੇਟਮ ਹੈ ਜੀ, 45 ਦਿਨ ਬਾਅਦ ਵੱਖਰੇ ਰਸਤੇ ਕਰਦਾ ਪ੍ਰਤਾਪ ਬਾਜਵਾ ਨੇ ਕਿਹਾ। ਹਾਂਜੀ, ਪ੍ਰਤਾਪ ਬਾਜਵਾ ਨੇ ਕਿਹਾ ਕਿ 45 ਦਿਨ ਦਾ ਅਲਟੀਮੇਟਮ। ਹਲੇ ਰਸਤੇ ਇੱਕ 'ਚ ਚੱਲ ਰਹੇ ਤੁਹਾਨੂੰ ਲੱਗਦਾ? ਨਹੀਂ, ਰਸਤਾ ਇੱਕ ਚੱਲ ਰਿਹਾ ਹਲੇ। ਕੁਰਸੀ ਦੀ ਲੜਾਈ ਚੱਲ ਰਹੀ ਆ, ਲੋਕਾਂ ਦਾ ਕੋਈ ਫਿਕਰ ਨਹੀਂ, ਗਰੀਬਾਂ ਨੂੰ ਰੋਟੀ ਨਹੀਂ, ਲੋਕਾਂ ਦੇ ਦੁਕਾਨ ਬੰਦ ਹੋਣ ਕਰਕੇ ਉਹਨਾਂ ਨੂੰ ਰੁਜ਼ਗਾਰ ਨਹੀਂ, ਕਰਜ਼ੇ ਚੜ ਰਹੇ ਆ, ਇਕਨੋਮਿਕ ਮਦਦ ਹੈ ਕੋਈ ਨਹੀਂ, ਲੋਕਾਂ ਦੀ ਸਾਰ ਕੋਈ ਨਹੀਂ, ਬੱਚਿਆਂ ਦੀ ਫੀਸਾਂ ਦਿੱਤੀਆਂ ਨਹੀਂ ਜਾ ਸਕਦੀਆਂ, ਹਰ ਵਰਗ ਦੁਖੀ ਹੈ।
ਮਗਰ ਸਰਕਾਰ ਕੁਰਸੀ ਦੀ ਲੜਾਈ 'ਚ ਭਾਵੇਂ ਠੋਕੋ ਤਾਲੀ ਹੈ ਤੇ ਭਾਵੇਂ ਚੀਕੂ ਸੀਤਾਫਲ ਹੈ, ਸਭ ਇਸੇ ਕੰਮ ਨੂੰ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਪਿਛਲੇ 6 ਮਹੀਨਿਆਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਤੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਲਗਾਤਾਰ ਡਟੇ ਹੋਏ ਨੇ। ਅਜਿਹੇ ਵਿੱਚ 26 ਤਰੀਕ ਨੂੰ ਜਿੱਥੇ ਮੋਰਚੇ ਦੇ 6 ਮਹੀਨੇ ਪੂਰੇ ਹੋਣ ਜਾ ਰਹੇ ਨੇ, ਉੱਥੇ ਹੀ ਮੋਦੀ ਸਰਕਾਰ ਦੇ ਕਾਰਜਕਾਲ ਦੇ 7 ਸਾਲ ਵੀ ਪੂਰੇ ਹੋਣ ਜਾ ਰਹੇ ਨੇ। ਅਜਿਹੇ ਵਿੱਚ ਕਿਸਾਨਾਂ ਨੇ ਬਲੈਕ ਡੇ ਮਨਾਉਣ ਦੀ ਤਿਆਰੀ ਵਿੱਢੀ ਹੈ, ਜਿਸ ਦਾ ਸਮਰਥਨ ਦੇਸ਼ ਦੀਆਂ 12 ਮੁੱਖ ਵਿਰੋਧੀ ਪਾਰਟੀਆਂ ਨੇ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਦਿੱਤੇ ਕਾਲਾ ਦਿਵਸ ਮਨਾਉਣ ਦੇ ਐਲਾਨ ਤੇ ਦੇਸ਼ ਦੀਆਂ 12 ਵੱਡੀਆਂ ਸਿਆਸੀ ਪਾਰਟੀਆਂ ਨੇ ਹਿਮਾਇਤ ਕੀਤੀ ਹੈ। ਜਿਨ੍ਹਾਂ ਵਿੱਚ ਸੋਨੀਆ ਗਾਂਧੀ ਦੀ ਕਾਂਗਰਸ ਪਾਰਟੀ, HD ਦੇਵਗੌੜਾ ਦੀ JDS, ਸ਼ਰਦ ਪਵਾਰ ਦੀ NCP, ਮਮਤਾ ਬੈਨਰਜੀ ਦੀ TMC, ਉद्धਵ ਠਾਕਰੇ ਦੀ ਸ਼ਿਵ ਸੈਨਾ, MK ਸਟਾਲਿਨ ਦੀ DMK, हेमंत सोरेन दी JMM, फारूक अब्दुल्ला दी JKPA, अखिलेश यादव दी समाजवादी पार्टी ते तेजस्वी यादव दी RJD ने समर्थन देने का ऐलान किया। उधर डी राजा दी CPI ਅਤੇ सीताराम येचुरी दी CPM ਵੱਲੋਂ ਵੀ ਸਾਂਝੇ ਤੌਰ ਤੇ ਇਸ ਹਮਾਇਤ ਪੱਤਰ ਤੇ ਦਸਤਖਤ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ 3 ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ 26 ਮਈ ਨੂੰ 6 ਮਹੀਨੇ ਪੂਰੇ ਹੋ ਜਾਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਪੱਧਰੀ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਹੱਕ ਵਿੱਚ 12 ਸਿਆਸੀ ਧਿਰਾਂ ਨੇ ਸਾਂਝੇ ਤੌਰ ਤੇ ਬਿਆਨ 'ਚ ਕਿਹਾ ਹੈ ਕਿ 12 ਮਈ ਨੂੰ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਜਲਦ ਤੋਂ ਜਲਦ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਪਾਰਟੀਆਂ ਵੱਲੋਂ ਜਾਰੀ ਬਿਆਨ 'ਚ ਉਹਨਾਂ ਮਹਾਮਾਰੀ ਦੀ ਲਪੇਟ 'ਚ ਆ ਰਹੇ ਸਾਡੇ ਲੱਖਾਂ ਅੰਨਦਾਤਾ ਨੂੰ ਬਚਾਉਣ ਲਈ ਕਿਹਾ ਕਿ 3 ਖੇਤੀ ਕਾਨੂੰਨ ਤੁਰੰਤ ਰੱਦ ਕਰਨ ਅਤੇ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਅਮਲ ਵਿੱਚ ਲਿਆਂਦਾ ਜਾਵੇ। ਬਿਆਨ 'ਚ ਵੀ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਹੰਕਾਰ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀ ਤਸਵੀਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਮਹਿਜ 900 ਰੁਪਏ ਦੇ ਚੱਲਦੇ ਐਂਬੂਲੈਂਸ ਨੇ ਕਰੋਨਾ ਮਰੀਜ਼ ਨੂੰ ਸੜਕ ਤੇ ਤੜਫਣ ਲਈ ਛੱਡ ਦਿੱਤਾ, ਜਿਸ ਦੀ ਹੁਣ ਚੌਤਰਫਾ ਨਖੇਦੀ ਹੋ ਰਹੀ ਹੈ। आ गया वो गड्डी वाला आ गया मैनू वो कहता मैं सवारी चकनी है मेरे को टाइम है नहींगा। ਕਰੋਨਾ ਮਹਾਮਾਰੀ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਆਮ ਹੀ ਸੁਣਨ ਨੂੰ ਮਿਲ ਰਹੀਆਂ ਨੇ। ਅਜਿਹਾ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ, ਜਿੱਥੇ ਇੱਕ ਐਂਬੂਲੈਂਸ ਦੇ ਡਰਾਈਵਰ ਵੱਲੋਂ ਪੈਸਿਆਂ ਦੇ ਲੈਣ ਦੇਣ ਕਰਕੇ ਇੱਕ ਮਰੀਜ਼ ਨੂੰ ਸੜਕ ਦੇ ਵਿਚਕਾਰ ਉਤਾਰ ਦਿੱਤਾ ਗਿਆ। ਜਲੰਧਰ ਦੇ ਨਾਮਦੇਵ ਚੌਂਕ ਤੇ ਬੀਤੀ ਰਾਤ 9:30 ਵਜੇ ਦੇ ਕਰੀਬ ਇੱਕ ਮਰੀਜ਼ ਸੜਕ ਤੇ ਪਿਆ ਮਿਲਿਆ। ਪੀੜਤ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਫਗਵਾੜਾ ਦਾ ਰਹਿਣ ਵਾਲਾ ਅਤੇ ਆਪਦੀ ਲੱਤ ਦੇ ਇਲਾਜ ਲਈ ਨਿਊ ਰੂਬੀ ਹਸਪਤਾਲ ਗਿਆ ਸੀ, ਪਰ ਉੱਥੋਂ ਉਸ ਨੂੰ ਸ਼੍ਰੀ ਮਾਨ ਹਸਪਤਾਲ ਵਿੱਚ ਰੈਫਰ ਕਰਨ ਲਈ ਭੇਜ ਦਿੱਤਾ ਗਿਆ। ਰੂਬੀ ਹਸਪਤਾਲ ਦੇ ਡਾਕਟਰਾਂ ਨੇ ਸਤਨਾਮ ਸਿੰਘ ਨੂੰ ਦੱਸਿਆ ਕਿ ਉਹਨਾਂ ਦੀ ਸ਼੍ਰੀ ਮਾਨ ਹਸਪਤਾਲ ਵਿੱਚ ਗੱਲ ਹੋ ਗਈ ਹੈ, ਪਰ ਰਸਤੇ ਵਿਚਕਾਰ ਪੈਸਿਆਂ ਦੇ ਲੈਣ ਦੇਣ ਕਰਕੇ ਹੋਈ ਬਹਿਸ ਮਗਰੋਂ ਐਂਬੂਲੈਂਸ ਡਰਾਈਵਰ ਮਰੀਜ਼ ਸਤਨਾਮ ਨੂੰ ਸੜਕ ਦੇ ਵਿਚਕਾਰ ਬੇਸਹਾਰਾ ਛੱਡ ਕੇ ਚਲਾ ਗਿਆ। सड़क से वो आ गया वो गड्डी वाला आ गया मैनू वो कहता मैं सवारी चकनी है मेरे को टाइम है नहींगा, तुम इत्थे कोई साधन देख लो अपना। ਤੇ ਕਿਹੜੇ ਹਸਪੀਟਲ ਗਏ ਸੀ ਤੁਸੀਂ? रूबी ਤੇ ਉੱਥੋਂ ਕਿੱਥੇ ਜਾਣਾ ਸੀ ਤੁਸੀਂ? मैं रूबी पता करवाना सी ना, ਆਏ ਕਿੱਥੋਂ ਤੁਸੀਂ? श्री मान चो गया सी रूबी असी। ਅੱਛਾ ਜੀ, रूबियां श्री मान जाना है ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ? हरियाबाद फगवाड़ा ਹਰੀਆਬਾਦ ਫਗਵਾੜੇ ਦੇ। नकुदर रोड ਤੇ ਕੀ ਪ੍ਰੋਬਲਮ ਕੀ ਤੁਹਾਨੂੰ? ਲੱਤ ਦੀ ਪ੍ਰੋਬਲਮ
ਸਥਾਨਕ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਕਾਰਨ ਪੀਸੀਆਰ ਦੇ ਮੁਲਾਜ਼ਮ ਉੱਥੇ ਪਹੁੰਚੇ ਅਤੇ ਉਹਨਾਂ ਸਤਨਾਮ ਦੇ ਪੁੱਤਰ ਨਵਦੀਪ ਸਿੰਘ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਹਾਂਜੀ, ਇਹਨਾਂ ਦਾ ਨਾਮ ਸਤਨਾਮ ਹੈ ਜੀ ਤੇ ਮੈਂ ਇਹਨਾਂ ਮੇਰਾ ਨਾਮ ਲਵਦੀਪ ਹੈ ਤੇ ਅਸੀਂ ਨਿਊ ਰੂਬੀ ਤੋਂ ਸੀਗੇ ਦਾਖਲ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਅੱਜ ਪੇਸ਼ੈਂਟ ਆ ਸਾਡਾ ਤੇ ਕਹਿੰਦੇ ਤੁਹਾਨੂੰ ਸ਼ਿਫਟ ਕਰਦੇ ਆ ਕਿ ਸ੍ਰੀਮਾਨ ਮਾਨ ਤੇ ਹਸਪੀਟਲ 'ਚ ਤੇ ਉਹਨਾਂ ਨੇ ਜੋ ਸ੍ਰੀਮਾਨ 'ਚ ਕੀਤਾ ਤੇ ਬਾਅਦ 'ਚ ਉਹਨਾਂ ਨੇ ਅਸੀਂ ਗਏ, ਮੇਰਾ ਬ੍ਰਦਰ ਸੀਗਾ, ਮੈਂ ਘਰੇ ਚਲ ਗਿਆ, ਉਹ ਕਹਿੰਦੇ ਸਵੇਰੇ ਕਰਾਂਗੇ ਪਰ ਉਹਨਾਂ ਨੇ ਸ਼ਾਮੀ ਗਿਆ ਤਾਂ ਫਿਰ ਮੈਂ ਉਹਨਾਂ ਨੂੰ ਗੱਡੀ ਕਰਕੇ ਦਿੱਤੀ ਭਾਜੀ ਤੇ ਫਿਰ ਗੱਡੀ ਕਿੱਥੋਂ ਕੀਤੀ ਹੈ? ਐਂਬੂਲੈਂਸ ਕਿੱਥੋਂ ਕੀਤੀ ਹੈ? ਐਂਬੂਲੈਂਸ ਭਾਜੀ ਨੰਬਰ ਸੀਗਾ ਮੇਰੇ ਕੋਲ, ਉਹਨਾਂ ਨੇ ਕੀਤੀ ਤੇ ਉਹ ਰੇਟ ਜ਼ਿਆਦਾ ਕਹਿੰਦੇ ਸਾਡੇ ਕੋਲ ਇੰਨੇ ਐਨੀ ਕੇ ਪੈਸੇ ਥੋੜਾ ਦੀ ਗੱਡੀ ਕੀਤੀ ਹੈ ਭਾਜੀ। ਕਿੰਨੇ ਚ ਐਂਬੂਲੈਂਸ ਕੀਤੀ ਸੀ ਬ੍ਰਦਰ? ਪਹਿਲੇ ਇਹ ਗੱਲ ਕਲੀਅਰ 900 ਕਰ। ਰੁਪਏ ਚ ਐਂਬੂਲੈਂਸ ਕੀਤੀ ਭਾਜੀ ਅਸੀਂ। ਕਿੱਥੋਂ ਦੀ ਲੈ ਕੇ ਕਿੱਥੋਂ ਤੱਕ? ਨਿਊ ਰੂਬੀ ਤੋਂ ਲੈ ਕੇ ਇੱਥੇ ਤੱਕ ਜੀ। ਕਿੱਥੋਂ ਤੱਕ? ਸ੍ਰੀਮਾਨ ਹਸਪੀਟਲ ਦਾ ਜੋ। ਤੇ ਐਂਬੂਲੈਂਸ ਜਿਹੜੀ ਸੀ ਉਹ ਨਿਊ ਰੂਬੀ ਹਸਪੀਟਲ ਦੀ ਸੀ? ਨਹੀਂ ਇੱਥੋਂ ਦੀ ਸੀਗੀ, ਪਟੇਲ ਜੀ। ਪਟੇਲ ਦੀ। ਤੇ ਉਹ ਰਸਤੇ 'ਚ ਕਿਉਂ ਉਤਾਰ ਗਿਆ ਫਿਰ? ਉਹ ਵੀ ਕਹਿੰਦੇ ਸਾਡੇ ਰੂਲ ਆ ਇਦਾਂ, ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤਾਂ ਕਿਹਾ ਸੀ ਉੱਥੇ ਰੋਕ ਲਓ ਕਿਤੇ ਹਸਪੀਟਲ ਵਾਲੇ ਬੈਠ ਨਹੀਂ ਦਿੰਦੇ, ਕੋਈ ਬੈਠ ਹੋਣ ਨਹੀਂ ਡਿਆ ਜੀ। ਤੇ ਹੁਣ ਨਿਊ ਰੂਬੀ ਵਾਲਿਆਂ ਨੇ ਸਾਡੀ ਸਾਰੀ ਗੱਲ ਕੀਤੀ ਸੀ, ਕਹਿੰਦੇ ਸਾਡੀ ਗੱਲ ਹੋ ਗਈ ਹੈ, ਤੁਸੀਂ ਉੱਥੇ ਜਾਓ, ਸਾਡਾ ਕਾਜ ਚੱਲੂਗਾ। ਹੁਣ ਅਸੀਂ ਉੱਥੇ ਚੱਲੇ ਤਾਂ ਮੇਰੇ ਬ੍ਰਦਰ ਕਹਿੰਦਾ 20,000 ਰੁਪਏ ਮੰਗਣ ਦੇ ਐਡਵਾਂਸ, ਇੱਕ ਦਿਨ ਦਾ ਪਰ ਡੇ ਦਾ। ਕੌਣ? ਉਹ ਜੀ ਸ੍ਰੀਮਾਨ ਹਸਪੀਟਲ ਵਾਲੇ। ਤੇ ਨਿਊ ਰੂਬੀ ਹਸਪੀਟਲ ਨੇ ਵੀ ਪੇਸ਼ੈਂਟ ਬਾਹਰ ਕੱਢ ਦਿੱਤਾ ਤੇ ਉਹਨਾਂ ਨੇ ਪੂਰੀ ਗੱਲ ਕਰਕੇ ਸਾਨੂੰ ਚਾਰਜ ਦਿੱਤਾ ਆ, ਉਹ ਕਹਿੰਦੇ ਤਾਂ ਗੱਲ ਹੋ ਗਈ ਸਾਡੀ ਤੇ ਹੁਣ ਉਹ ਕਹਿੰਦੇ ਹੁਣ ਤੁਹਾਨੂੰ ਲੈ ਕੇ ਜਾਣਾ ਪੈਣਾ ਜੀ ਅੰਮ੍ਰਿਤਸਰ। ਤੇ ਐਂਬੂਲੈਂਸ ਵਾਲਾ ਸੜਕ ਤੇ ਕਿਉਂ ਉਤਾਰ ਗਿਆ? ਸਵਾਲ ਇਹ ਖੜਾ ਹੁੰਦਾ, ਪੇਸ਼ੈਂਟ ਬਿਮਾਰ ਏ, ਪ੍ਰੋਬਲਮ ਦੇ ਵਿੱਚ, ਤਕਲੀਫ ਦੇ ਵਿੱਚ। ਇਹ ਹੁਣ ਸਾਨੂੰ ਪਤਾ ਨਹੀਂ ਹੁੰਦਾ ਸੀ, ਮੈਂ ਤਾਂ ਉੱਥੋਂ ਆਇਆ ਦੂਰੋਂ ਫਗਵਾੜੇ ਜੀ, ਹੁਣ ਜ਼ਰੂਰੀ ਕਰਕੇ ਐਂਬੂਲੈਂਸ ਵਾਲੇ ਨੂੰ ਮੈਂ ਕਿਹਾ ਭਾਈ ਚਾਰ ਹੀ ਨਾ, ਮੈਂ ਕਿਹਾ ਅਸੀਂ ਆ ਰਹੇ ਹਾਂ ਜੀ, ਰੋਕ ਲਓ, ਵੇਟ ਕਰ ਲਓ। ਉਹਨੇ ਪਤਾ ਨਹੀਂ ਕੀ ਕੀਤਾ ਭਾਈ। ਹੁਣ ਤੇ ਹੁਣ ਕਿੱਥੇ ਲੈ ਕੇ ਚੱਲੇ ਤੁਸੀਂ? ਗੱਡੀ ਲਿਆਂਦੀ? ਸਰ ਅਸੀਂ ਗੱਡੀ ਲੈ ਕੇ ਆਂਦੀ ਮੈਂ ਆਪਣੀ, ਉੱਥੇ ਉਹਨਾਂ ਦੀ ਮੱਲਿਓ ਫਿਰਵਾ ਕੇ ਤੇ ਹੁਣ ਅੰਮ੍ਰਿਤਸਰ ਲੈ ਕੇ ਜਾਣਾ, ਕਿਉਂ ਇਹ ਆਪਰੇਸ਼ਨ ਉੱਥੋਂ ਹੋਣਾ ਸੀ। ਇਹ ਕੋਈ ਐਂਬੂਲੈਂਸ ਆਈ ਸੀਗੀ ਜੀ ਰੂਬੀ ਹਸਪਤਾਲ ਵਾਲੀ, ਉਹ ਇਹਨਾਂ ਨੂੰ ਇੱਥੇ ਕੋਈ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਇਹਨਾਂ ਨੂੰ ਕੋਈ ਮਤਲਬ ਇੱਥੇ ਤਾਰ ਕੇ ਚਲ ਗਏ, ਪੈਸੇ ਜ਼ਿਆਦੇ ਆ ਤੇ ਉਹ ਤਾਰ ਕੇ ਤਾਂ ਚਲੇ ਗਿਆ ਤੇ ਇਹ ਹੁਣ ਆਪਣੀ ਗੱਡੀ ਲੈ ਕੇ ਆਏ ਆ। ਇਹ ਗੱਡੀ ਲੈ ਕੇ ਤਾਂ ਪੇਸ਼ੈਂਟ ਨੂੰ, ਇਹ ਸਤਨਾਮ ਸਿੰਘ ਨਾਂ ਦਾ ਪੇਸ਼ੈਂਟ ਹੈਗਾ, ਇਹਨਾਂ ਨੂੰ ਅੰਮ੍ਰਿਤਸਰ ਲੈ ਕੇ ਚਲੇ। ਇਹ ਉਹਨਾਂ ਦੀ ਲੱਤ ਦੀ ਹੈਗੀ ਹੈ ਕੋਈ ਪ੍ਰੋਬਲਮ ਜਾਰੀ। ਤੇ ਕਿੰਨੀ ਦੇਰ ਪੇਸ਼ੈਂਟ ਜਿਹੜਾ ਸੜਕ ਤੇ ਪਿਆ ਰਿਹਾ? ਇਹ ਕੋਈ 10 ਮਿੰਟ ਹੋਏ ਆ, ਸਾਨੂੰ 5 ਮਿੰਟ ਹਜੇ ਮਿਲੀ ਆ ਕਾਲ ਤੇ ਅਸੀਂ ਇੱਥੇ ਹਾਜ਼ਰ ਆ ਗਏ ਤੇ ਇਹਨਾਂ ਗੱਡੀ ਕਰਕੇ ਤੇ ਤੋੜ ਦਿੱਤੇ। ਤੇ ਐਂਬੂਲੈਂਸ ਵਾਲਾ ਦੇਖਿਆ ਤੁਸੀਂ ਜਿਹੜਾ ਜਾਂਦਾ, ਜਿਹੜਾ ਉਤਾਰ ਸਾਡੇ ਆਉਣ ਤੋਂ ਪਹਿਲਾਂ ਚਲੇ ਗਏ ਸੀ। ਕੀ ਲੱਗਦਾ ਜਿਹੜੇ ਐਂਬੂਲੈਂਸ ਵਾਲੇ ਨੂੰ ਪੈਸਿਆਂ ਕਰਕੇ ਜਿਹੜਾ ਇਹਨਾਂ ਨੂੰ ਇੱਥੇ ਉਤਾਰ ਗਿਆ? ਹੋ ਸਕਦਾ ਇਹਨਾਂ ਨਾਲ ਹੋਈ ਹੈ ਨਾ ਗੱਲ, ਵੀ ਪੈਸਿਆਂ ਨਾਲ ਹੋਈ ਹੈ ਜਾਂ ਕਿਸੇ ਹੋਰ ਹੋਈ ਹੈ। ਇਹਨਾਂ ਦੱਸਣ ਮੁਤਾਬਕ ਉਹਦਾ ਵੀ ਪੈਸੇ ਜ਼ਿਆਦਾ ਮੰਗਦੇ ਨੇ। ਤੇ ਆਪਣਾ ਕੀ ਨਾਂ ਹੈ? ਕਿ ਮੈਂ ਏਐਸਏ ਸੁਰਿੰਦਰ ਕੁਮਾਰ ਪੀਸੀਆਰ ਰੋਮੀਓ 9 ਤੋਂ ਬੋਲ। ਆਖਰ ਵਿੱਚ ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਇੱਕ ਦਲਿਤ ਪਰਿਵਾਰ ਤੇ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਗਨਮੈਨ ਦੇ ਪੁੱਤਰ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਪੀੜਿਤ ਪਰਿਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਇਸ ਮੌਕੇ ਪੀੜਿਤ ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਸੀਏ ਦੇ ਬੇਟੇ ਨੇ ਮਹਿਲਾਵਾਂ ਨਾਲ ਵੀ ਬਦਸਲੂਕੀ ਕੀਤੀ। ਉਹਨੇ ਪਿੱਛੋਂ ਸਾਡੇ ਹਮਲਾ ਕੀਤਾ, ਨਾਲੇ ਮੇਰੇ ਚਪੇੜਾਂ ਮਾਰੀਆਂ, ਮੇਰੇ ਕੱਪੜੇ ਪਾੜੇ। ਕਰਕੇ ਉਹ 14 ਨੂੰ ਫੇਰ ਆਏ, ਫੇਰ ਸਾਡੇ ਘਰ ਆਏ ਆ, ਸਾਡੇ ਕੋਲ ਆ ਕੇ ਸਾਡੇ ਨਾਲ ਪੰਗਾ ਲਿਆ। ਅੰਮ੍ਰਿਤਸਰ ਵਿੱਚ ਬੀਤੇ ਕੱਲ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਗਨਮੈਨ ਦੇ ਬੱਚਿਆਂ ਵੱਲੋਂ ਅੰਮ੍ਰਿਤਸਰ 'ਚ ਇੱਕ ਦਲਿਤ ਪਰਿਵਾਰ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਸੀਸੀਟੀਵੀ 'ਚ ਕੈਦ ਹੋਈ ਘਟਨਾ ਕਰਕੇ ਹੋਇਆ। ਪਰਿਵਾਰ ਨੇ ਦੋਸ਼ ਲਾਇਆ ਕਿ ਏਐਸਆਈ ਹਰਬੰਸ ਲਾਲ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਲਗਾਤਾਰ ਹੀ ਇਲਾਕੇ ਵਿੱਚ ਗੁੰਡਾਗਰਦੀ ਕੀਤੀ ਜਾਂਦੀ ਹੈ। ਪੀੜਤ ਸੋਨੀਆ ਦਾ ਕਹਿਣਾ ਹੈ ਕਿ ਲਗਾਤਾਰ 2-3 ਵਾਰ ਏਐਸਆਈ ਹਰਬੰਸ ਲਾਲ ਦੇ ਬੱਚਿਆਂ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਬੀਤੇ ਕੱਲ ਉਹ ਆਪਦੇ ਪਤੀ ਨਾਲ ਬਾਜ਼ਾਰ ਗਈ ਹੋਈ ਸੀ, ਜਦੋਂ ਉਹਨਾਂ ਤੇ ਬੱਚਿਆਂ ਉੱਤੇ ਦਾਤਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਹਰਬੰਸ ਲਾਲ ਦੇ ਪੁੱਤਰ ਵੱਲੋਂ ਉਸਦੇ ਕੱਪੜੇ ਤੱਕ ਪਾੜ ਦਿੱਤੇ ਗਏ, ਜਿਸ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ। ਸੋਨੀਆ ਨੇ ਪੁਲਿਸ ਪ੍ਰਸ਼ਾਸਨ ਤੇ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਆਰੋਪੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਨੇ। ਸਾਡੇ ਮਹੱਲੇ ਵਿੱਚ ਇੱਕ ਹਰਬੰਸ ਲਾਲ ਰਹਿੰਦਾ ਵਾ, ਏਐਸਆਈ ਆ ਉਹ, ਤੇ ਉਹਦੇ ਜਿਹੜੇ ਮੁੰਡੇ ਆ ਉਹ ਆਪਣੇ ਪਾਪਾ ਦੀ ਵਰਦੀ ਦੇ ਸਿਰ ਤੇ ਮਹੱਲੇ 'ਚ ਗੁੰਡਾਗਰੀ ਕਰਦੇ ਆ, ਕਦੀ ਕਿਸੇ ਨੂੰ ਕੁੱਟ ਦਿੰਦੇ, ਕਦੀ ਕਿਸੇ ਨੂੰ ਕੁੱਟ ਦਿੰਦੇ। ਜਿਹੜਾ ਏਐਸਆਈ ਹਰਬੰਸ ਲਾਲ ਆ ਉਹ ਵੀ ਮੀਨਸ ਕਿ ਉਹ ਵੀ ਉਹਨਾਂ ਦੇ ਨਾਲ ਰਲ ਕੇ ਨਾਲੇ ਖੁਦ ਗੁੰਡਾਗਰਦੀ ਕਰਦਾ ਤੇ ਨਾਲੇ ਆਪਣੇ ਪੁੱਤਰਾਂ ਤੋਂ ਕਰਵਾਉਂਦਾ। ਤੁਹਾਡੇ ਨਾਲ ਕੀ ਘਟਨਾ ਵਾਪਰੀ ਉਦੋਂ? ਸਾਡੇ ਨਾਲ ਮੇਰੇ ਹਸਬੈਂਡ ਆ, ਉਹਨਾਂ ਦੀ ਇੱਕ ਦਿਨ ਲੜਾਈ ਹੋਈ ਸੀ। ਇੱਕ ਦਿਨ ਪਹਿਲਾਂ ਉਹਨੇ 13 ਤਰੀਕ ਨੂੰ ਕੁੱਟਿਆ ਤੇ ਉਸ ਦਿਨ ਮੈਂ ਤੇ ਮੇਰੇ ਹਸਬੈਂਡ ਬਾਜ਼ਾਰ ਜਾ ਰਹੇ ਸੀ, ਰਸਤੇ 'ਚੋਂ
ਤੇ ਉਹਨਾਂ ਦਾ ਮੁੰਡਾ ਜਿਹੜਾ ਰਘੂ, ਉਹਨੇ ਕਾਫੀ ਮੁੰਡੇ ਲਿਆ ਕੇ ਅਣਪਛਾਤੇ 10-12, ਉਹਨੇ ਪਿੱਛੋਂ ਸਾਡੇ ਹਮਲਾ ਕੀਤਾ, ਨਾਲੇ ਮੇਰੇ ਚਪੇੜਾਂ ਮਾਰੀਆਂ, ਮੇਰੇ ਕੱਪੜੇ ਪਾੜੇ ਤੇ ਨਾਲੇ ਮੇਰੇ ਹਸਬੈਂਡ ਦੇ ਕਾਫੀ ਦਾਤਰ ਮਾਰੇ ਕਿ ਉਹਨਾਂ ਤੇ ਕਾਫੀ ਸੱਟਾਂ ਲੱਗੀਆਂ। ਤੁਸੀਂ ਪੁਲਿਸ ਪ੍ਰਸ਼ਾਸਨ ਕੋ ਗਏ? ਹਾਂਜੀ, ਅਸੀਂ ਉਦੋਂ ਵੀ ਪੁਲਿਸ ਪ੍ਰਸ਼ਾਸਨ ਕੋ ਗਏ, ਸਾਡੀ ਕੋਈ ਕਾਰਵਾਈ ਨਹੀਂ ਹੋਈ। ਅਸੀਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਇੱਦਾਂ ਸਾਡੇ ਸੱਟਾਂ ਲਾਈਆਂ ਤਾਂ ਉਹਨਾਂ ਨੂੰ ਚੱਕ ਕੇ ਲਿਆ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਉਹਨਾਂ ਨੇ ਵੀ ਆਪਾਂ 13 ਤਰੀਕ ਨੂੰ ਦਰਖਾਸਤ ਦਿੱਤੀ, ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਇਸੇ ਕਰਕੇ ਉਹ 14 ਨੂੰ ਫੇਰ ਆਏ, ਫਿਰ ਸਾਡੇ ਘਰ ਆਏ ਆ, ਸਾਡੇ ਕੋਲ ਆ ਕੇ ਸਾਡੇ ਨਾਲ ਪੰਗਾ ਲਿਆ, ਸਾਡੇ ਨਾਲ ਫਿਰ ਲੜਾਈ ਕੀਤੀ, ਸਾਡੇ ਨਾਲ ਫਿਰ ਕੁੱਟਮਾਰ ਕੀਤੀ। ਫਿਰ ਮੇਰੇ ਹਸਬੈਂਡ ਨੂੰ ਪਰੇ ਸਾਈਡ ਤੇ ਲੈ ਗਏ ਆ, ਫਿਰ ਉਹਨਾਂ ਦੇ ਸੱਟਾਂ ਮਾਰੀਆਂ ਤੇ ਮੈਂ ਬਚਾਉਣ ਲਈ ਗਈ ਕਿ ਨਹੀਂ ਲੜਨਾ ਚਾਹੀਦਾ, ਕਿ ਇੱਕ ਮਹੱਲੇਦਾਰੀ 'ਚ ਆਪਾਂ ਚੰਗੇ ਨਹੀਂ ਲੱਗਦੇ। ਤਾਂ ਉਹਨਾਂ ਨੇ ਫਿਰ ਮੈਨੂੰ ਵੀ ਵਿੱਚੇ ਫੜ ਕੇ ਕੁੱਟਿਆ। ਸਾਡੇ ਨਾਲ ਮਹੱਲੇ 'ਚ ਮੇਰੀ ਗੋਰੀ ਸਿਸਟਰ ਆ, ਉਹਨਾਂ ਨੇ ਆਣ ਕੇ ਬਚਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਤੇ ਉਹਨਾਂ ਦੇ ਸਹੁਰੇ ਨੇ। ਤਾਂ ਉਹਨਾਂ ਨੇ ਹਰਬੰਸ ਲਾਲ ਜੀ ਆ ਜਿਹੜੇ, ਉਹਨਾਂ ਨੇ ਫਿਰ ਉਹਨਾਂ ਦੀ ਗੋਰੀ ਦੀਦੀ ਦੇ ਸਹੁਰੇ ਦੇ ਸੱਟਾਂ ਲਾਈਆਂ, ਨਾਲੇ ਗੋਰੀ ਦੀਦੀ ਨੂੰ ਵੀ ਵਿੱਚ ਕੁੱਟਮਾਰ ਕੀਤੀ, ਨਾਲੇ ਹਰਬੰਸ ਲਾਲ ਨੇ ਮੇਰੇ ਨਾਲ ਕੁੱਟਮਾਰ ਕੀਤੀ। ਮੇਰੇ ਕਿੰਨੀ ਵਾਰੀ ਹੋਇਆ ਲੜਾਈ ਝਗੜਾ ਉਹਨਾਂ ਨਾਲ, ਕਿੰਨੀ ਵਾਰੀ ਹੋਇਆ? 2 ਵਾਰੀ ਉਸ ਦਿਨ ਦਾ ਝਗੜਾ ਹੋ ਗਿਆ। ਕਾਰਨ ਕੀ ਰਹਿੰਦਾ ਝਗੜੇ ਦਾ? ਕਾਰਨ ਕੋਈ ਨਹੀਂ, ਉਹ ਮਹੱਲੇ 'ਚ ਗੁੰਡਾਗਿਰਦੀ ਕਰਦੇ। ਅਸੀਂ ਇਹੀ ਕਹਿੰਨੇ ਕਿ ਅਸੀਂ ਮਹੱਲੇ 'ਚ ਹੋਰ ਵੀ ਧੀਆਂ ਭੈਣਾਂ ਵਾ, ਚੰਗੇ ਨਹੀਂ ਲੱਗੀ ਤਾਂ ਇਦਾਂ ਨਹੀਂ। ਉੱਥੇ ਹੀ ਵਾਲਮੀਕੀ ਸਮਾਜ ਦੇ ਨੁਮਾਇੰਦਿਆਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੁਝ ਦਿਨਾਂ ਦੇ ਵਿੱਚ ਆਰੋਪੀਆਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਗਿਆ ਤਾਂ ਉਹ ਕੱਪੜੇ ਲਾ ਕੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਅੱਜ ਜੋ ਕਾਫੀ ਦਿਨਾਂ ਤੋਂ ਇੱਕ ਵਿਵਾਦ ਚੱਲਦਾ ਪਿਆ ਵਾ ਕਿ ਜਿਹੜਾ ਹਰਬੰਸ ਲਾਲ ASI ਆ, ਜਿਨੇ ਸਾਡੇ ਸਮਾਜ ਦੀ ਦਲਿਤ ਧੀਆਂ ਭੈਣਾਂ ਦੇ ਨਾਲ ਅਤਿਆਚਾਰ ਕੀਤਾ ਔਰ ਉਹਦੇ ਬੇਟਿਆਂ ਨੇ ਨਾਲ ਰਲ ਕੇ ਉਹਨਾਂ ਦੇ ਨਾਲ ਮਾਰ ਕਟਾਈ ਕੀਤੀ ਔਰ ਉਹਨਾਂ ਦੇ ਕੱਪੜੇ ਫਾੜੇ। ਪ੍ਰਸ਼ਾਸਨ ਕੋ ਕਮਿਸ਼ਨਰ ਸਾਹਿਬ ਕੋ ਆਪਸੀ ਮੰਗ ਰੱਖੀ ਸੀ ਕਿ ਇਸ ਬੰਦੇ ਨੂੰ ਡਿਸਮਿਸ ਕੀਤਾ ਜਾਵੇ। ਇਹ ਪ੍ਰਸ਼ਾਸਨ ਦੀ ਆੜ ਦੇ ਵਿੱਚ ਗਲਤ ਕੰਮ ਕਰਦਾ ਪਿਆ ਵਾ ਔਰ ਸਮਾਜ ਦੀਆਂ ਧੀਆਂ ਭੈਣਾਂ ਦੇ ਨਾਲ ਮਾਰ ਕਟਾਈ ਕਰਦੇ ਆ ਔਰ ਉਹਨਾਂ ਦੇ ਕੱਪੜੇ ਫਾੜੇ ਜਾਂਦੇ ਆ। ਇਹ ਬਹੁਤ ਗਲਤ ਗੱਲ ਆ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦਾ ਵਾਂ ਕਿ ਅਗਰ 72 ਘੰਟਿਆਂ ਦੇ ਵਿੱਚ ਇਹਨਾਂ ਧੀਆਂ ਭੈਣਾਂ ਦੀ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਤੇ 72 ਘੰਟਿਆਂ ਦੇ ਬਾਅਦ ਜਾਂ ਭੰਡਾਰੀ ਪੁੱਲ ਤੇ ਜਾਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਬਾਹਰ ਨੰਗ ਪ੍ਰਦਰਸ਼ਨ ਬੈਠੂੰਗਾ ਮੈਂ। ਜੈ ਵਾਲਮੀਕੀ, ਜੈ ਭੀਮ, ਜੈ ਭਾਰਤ। ਜੋ ਗਨਮੈਨ ਜੀ, ਉਹ ਕਿੰਨਾ ਦਾ ਗਨਮੈਨ ਜੀ? ਦੇਖੋ ਜੀ, ਉਹ ਗਨਮੈਨ ਜਿਹੜਾ ਹੈਗਾ ਵਾ ਉਹ ਹੈਗਾ ਸੁਧੀਰ ਸੂਰੀ ਜੀ ਦਾ। ਬਾਕੀ ਮੈਂ ਤੇ ਉਹਨਾਂ ਨੂੰ ਇਹ ਕਹਾਂਗਾ ਕਿ ਸੁਧੀਰ ਸੂਰੀ ਜੀ, ਇਹ ਤੁਸੀਂ ਵੀ ਇੱਕ ਧਰਮ ਸਮਾਜ ਚਲਾਉਂਦੇ ਜੇ, ਤੁਸੀਂ ਵੀ ਇੱਕ ਧਰਮ ਦੀ ਰੱਖਿਆ ਕਰਨ ਵਾਲੇ ਲੋਕ ਜੇ ਤੇ ਇਹੋ ਜਿਹੇ ਲੋਕਾਂ ਨੂੰ ਦੇ ਪਿੱਛੇ ਆਪਾਂ ਨੂੰ ਨਹੀਂ ਆਉਣਾ ਚਾਹੀਦਾ ਔਰ ਜਿਹੜੇ ਲੋਕ ਗਲਤ ਕੰਮ ਕਰਦੇ ਆ ਉਹਨਾਂ ਦੇ ਨਾਲ ਖਲੋ ਕੇ ਸਾਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ, ਬਲਕਿ ਤੁਸੀਂ ਆਪਣੀ ਕੌਮ ਦਾ, ਆਪਣੇ ਸਮਾਜ ਦਾ, ਇਹ ਧੀਆਂ ਭੈਣਾਂ ਜਿਹੜੀਆਂ ਵਾ ਦਲਿਤ ਸਮਾਜ ਦੀਆਂ, ਇਹਨਾਂ ਦੇ ਨਾਲ ਤੁਸੀਂ ਸਾਥ ਦਿਓ, ਇਹਨਾਂ ਦੇ ਸਿਰ ਤੇ ਹੱਥ ਰੱਖੋ। ਇਹ ਵਿਚਾਰੀਆਂ ਜਿਹੜੀਆਂ ਨਿਆਂ ਲੈਣ ਵਾਸਤੇ ਥਾਂ ਥਾਂ ਤੇ ਜਿਹੜੀਆਂ ਭਟਕਦੀਆਂ ਪਈਆਂ, ਤੁਸੀਂ ਵੀ ਇਹਨਾਂ ਨੂੰ ਨਿਆਂ ਦਿਵਾਓ। ਇਹ ਸਨ ਹੁਣ ਤੱਕ ਦੀਆਂ ਖਬਰਾਂ। 10 ਦਿਨ ਖਬਰਾਂ ਲੈ ਕੇ ਫਿਰ ਮਿਲਾਂਗੇ। ਦੇਖਦੇ ਰਹੋ ਚੱਕਤੇ TV। ਸਤਿ ਸ਼੍ਰੀ ਅਕਾਲ।